ਨਿਸ਼ਾਨੀਆਂ ਗੁਰੂ ਸਹਿਬਾਨ। ਵਾਹਿਗੁਰੂ 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 ਵਾਹਿਗੁਰੂ। ਨਿਸ਼ਾਨੀਆਂ ਗੁਰੂ ਸਹਿਬਾਨ। ਕਦੇ ਸਮਾਂ ਸੀ ਜਦੋਂ 10ਵੇਂ ਪਾਤਸ਼ਾਹ ਪੰਜਾਬ ਤੋਂ ਨੰਦੇੜ ਗਏ। ਉਸ ਵੇਲੇ ਜਿਨ੍ਹਾਂ ਗੁਰਸਿੱਖਾਂ ਨੇ ਮਹਾਰਾਜ ਜੀ ਦਾ ਨੰਦੇੜ ਦੀ ਧਰਤੀ ਤੱਕ ਸਾਥ ਕੀਤਾ, ਉਹਨਾਂ ਵਿੱਚ ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ ਜੀ ਵੀ ਸਨ। ਇਹ ਦੋਨੋਂ ਭਰਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਰਮ ਸਿੱਖ ਭਾਈ ਰੂਪ ਚੰਦ ਜੀ ਦੇ ਸੁਪੁੱਤਰ ਸਨ। ਅੱਜ ਮੈਂ ਉਸੇ ਪਰਿਵਾਰ ਵਿੱਚ ਬੈਠਾ ਹਾਂ ਜਿਨ੍ਹਾਂ ਕੋਲ ਗੁਰੂ ਸਾਹਿਬਾਨ ਦੀਆਂ 100 ਦੇ ਕਰੀਬ ਇਤਿਹਾਸਕ ਨਿਸ਼ਾਨੀਆਂ ਹਨ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੇ ਭਾਈ ਰੂਪ ਚੰਦ ਜੀ ਨਾਲ ਇੰਨਾ ਪਿਆਰ ਕਰਦੇ ਸਨ, ਇੰਨੇ ਖੁਸ਼ ਸਨ, ਉਹਨਾਂ ਨੇ ਪਿੰਡ ਦਾ ਨਾਮ ਹੀ ਭਾਈ ਰੂਪ ਚੰਦ ਜੀ ਦੇ ਨਾਂ ਤੇ ਭਾਈ ਰੂਪਾ ਰੱਖ ਦਿੱਤਾ। ਉਹਨਾਂ ਇਤਿਹਾਸਕ ਨਿਸ਼ਾਨੀਆਂ ਦੀ ਜੋ ਇਸ ਵੇਲੇ ਦੇਖ ਰੇਖ ਕਰਦੇ ਨੇ, ਉਹ ਨੇ ਭਾਈ ਰੂਪ ਚੰਦ ਜੀ ਦੀ ਅੰਸ਼ ਬੰਸ ਭਾਈ ਬੂਟਾ ਸਿੰਘ ਜੀ ਜੋ ਮੇਰੇ ਕੋਲ ਬੈਠੇ ਨੇ। ਇਹਨਾਂ ਦੇ ਪਰਿਵਾਰ ਕੋਲ ਜੋ ਨਿਸ਼ਾਨੀਆਂ ਨੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ। ਐ ਮੈਂ ਆਪ ਜੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖ ਸਰੂਪ ਦੇ ਦਰਸ਼ਨ ਕਰਵਾ ਰਿਹਾ ਹਾਂ। ਇਹ ਪ੍ਰਾਤਨ ਹੱਥ ਲਿਖਤ ਸਰੂਪ ਹੈ। ਗੁਰੂ ਗੋਬਿੰਦ ਸਿੰਘ ਜੀ ਸਾਬੋ ਕੀ ਤਲਵੰਡੀ ਵਿਖੇ ਪੁੱਜੇ। ਸਤਿਗੁਰਾਂ ਆਪਣੀ ਮੁਖਾਰਬਿੰਦ ਤੋਂ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਸਾਰੀ ਬਾਣੀ ਮੂੰਹ ਜ਼ੁਬਾਨੀ ਉਚਾਰੀ। ਭਾਈ ਮਨੀ ਸਿੰਘ ਜੀ ਨੇ ਲਿਖੀ ਤੇ ਬਾਬਾ ਦੀਪ ਸਿੰਘ ਜੀ ਨੇ ਕਲਮਾਂ ਤਿਆਰ ਕੀਤੀਆਂ। ਬਾਅਦ ਵਿੱਚ ਬਾਬਾ ਦੀਪ ਸਿੰਘ ਹੋਰਾਂ 4 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖੇ ਤੇ ਤਖਤਾਂ ਤੇ ਪਜਾਏ। ਜਦੋਂ ਇਹ ਕਾਰਜ ਹੋ ਰਿਹਾ ਸੀ ਤੇ ਭਾਈ ਰੂਪ ਚੰਦ ਦੇ ਪਰਿਵਾਰ ਦੇ ਮੈਂਬਰ ਭਾਈ ਧਰਮ ਸਿੰਘ, ਭਾਈ ਪਰਮ ਸਿੰਘ ਜੀ ਵੀ ਨਾਲ ਸਨ। ਉਹਨਾਂ ਪ੍ਰਾਤਨ ਗ੍ਰੰਥਾਂ ਦਾ ਉਤਾਰਾ ਇੱਕ ਸਰੂਪ ਇਸ ਪਰਿਵਾਰ ਕੋਲ ਹੈ। ਆਪ ਜੀ ਉਸ ਦੇ ਦਰਸ਼ਨ ਕਰ ਰਹੇ ਹੋ। ਕੋਈ ਲਗਭਗ 300 ਸਾਲ ਪ੍ਰਾਤਨ ਗ੍ਰੰਥ ਹੈ। ਇਹ ਭੋਜ ਪੱਤਰ ਦਾ ਪੇਪਰ ਹੈ। ਭੋਜ ਪੱਤਰ ਇੱਕ ਦਰਖਤ ਹੈ। ਉਸ ਦੇ ਪੱਤਿਆਂ ਨੂੰ ਪੀਸ ਕੇ ਵਿੱਚ ਗਾਚੀ ਮਿਲਾ ਕੇ ਸੋਨਾ ਤੇ ਚਾਂਦੀ ਵਿੱਚ ਪਾ ਕੇ ਉਹਨਾਂ ਨੂੰ ਬੇਲ ਕੇ ਇਸ ਤਰ੍ਹਾਂ ਕਾਗਜ਼ ਤਿਆਰ ਕੀਤਾ ਹੋਇਆ ਸੀ। ਐ ਆਪ ਜੀ ਦਰਸ਼ਨ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਾਤਨ ਸਰੂਪ ਦੇ ਹੱਥ ਦੇ ਨਾਲ ਲਿਖਿਆ ਹੋਇਆ ਇਹ ਪਾਵਨ ਸਰੂਪ, ਜਿਹਨੂੰ ਅਸੀਂ ਲੜੀਵਾਰ ਸਰੂਪ ਵੀ ਕਹਿੰਦੇ ਹਾਂ। ਦੇਖੋ ਕਿਵੇਂ ਗੁਰਸਿੱਖਾਂ ਨੇ ਮੋਤੀਆਂ ਵਾਂਗ ਲਿਖਾਈ ਨੂੰ ਪਰੋਇਆ ਹੋਇਆ ਹੈ। ਕਰੋ ਦਰਸ਼ਨ। ਜਿਨ੍ਹਾਂ ਵਿੱਚ ਸੋਨਾ ਪਾਇਆ ਹੋਇਆ ਹੈ, ਕੁਝ ਜਿਨ੍ਹਾਂ ਵਿੱਚ ਚਾਂਦੀ ਪਾਈ ਹੋਈ ਹੈ। ਇਹ ਦੇਖੋ ਤੇ ਸੋਨੇ ਵਾਂਗ ਚਮਕ ਰਿਹਾ ਹੈ। ਅੱਖਰ ਵੀ ਉੱਪਰ ਚਮਕ ਰਹੇ ਨੇ। ਇਹ ਦੇਖੋ, ਇਹ ਚਾਂਦੀ ਪਾਈ ਹੋਈ ਹੈ ਇਸ ਪੱਤਰੇ ਵਿੱਚ। ਇਹ ਅੰਗ ਚਾਂਦੀ ਵਾਂਗ ਚਮਕ ਰਹੇ ਨੇ। ਇਸ ਦੇ 715 ਅੰਗ ਨੇ। ਇੱਕ ਇੱਕ ਅੰਗ ਤੇ ਇੱਕੋ ਵਾਰੀ ਲਿਖਿਆ ਹੋਇਆ ਹੈ। ਜੇ 2 ਵਾਰੀ ਲਿਖਿਆ ਜਾਏ ਦੋਨਾਂ ਪਾਸੇ ਤੇ ਫਿਰ 1430 ਅੰਗ ਬਣ ਜਾਂਦੇ ਨੇ। ਲਗਭਗ ਅੱਜ ਤੋਂ 300 ਸਾਲ ਪ੍ਰਾਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੱਥ ਲਿਖਤ ਸਰੂਪ। ਉਹ ਜਦੋਂ ਕਦੀ
ਬਾਬਾ ਦੀਪ ਸਿੰਘ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੱਥਾਂ ਨਾਲ ਲਿਖੇ ਸਨ। ਉਹਨਾਂ ਪਾਵਨ ਸਰੂਪਾਂ ਦਾ ਇਹ ਉਤਾਰਾ ਹੈ, ਪਰ ਇੰਨੀ ਖੂਬਸੂਰਤੀ ਨਾਲ ਲਿਖਿਆ ਹੈ, ਤੁਸੀਂ ਕਰੋ ਦਰਸ਼ਨ। ਦੇਖ ਕੇ ਭੁੱਖ ਲੈਂਦੀ ਹੈ, ਮਨ ਨੂੰ ਆਨੰਦ ਆਉਂਦਾ ਹੈ ਤੇ ਪ੍ਰਾਤਨ ਗੁਰਸਿੱਖਾਂ ਤੋਂ ਕੁਰਬਾਨ ਜਾਣ ਨੂੰ ਦਿਲ ਕਰਦਾ ਹੈ। ਆਓ ਪਿਆਰਿਓ, ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਭਾਵਨਾ ਕਰਕੇ ਦਰਸ਼ਨ ਕਰੀਏ। ਇਹ ਹੱਥ ਲਿਖਤ ਚੌਪਈ ਸਾਹਿਬ ਦਾ ਗੁਟਕਾ ਹੈ। ਕਰੋ ਦਰਸ਼ਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰੀ ਛੱਡੀ, ਸਰਸਾ ਨਦੀ ਪਾਰ ਕੀਤੀ ਤੇ ਇਹ ਗੁਟਕਾ ਪਾਤਸ਼ਾਹ ਜੀ ਦੇ ਕਬਰ ਕੱਸੇ ਵਿੱਚ ਸੀ। ਪਾਣੀ ਵਿੱਚ ਭਿੱਜ ਗਿਆ, ਅਜੇ ਵੀ ਪਾਣੀ ਦੇ ਨਿਸ਼ਾਨ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਹੱਥਾਂ ਨਾਲ ਛੋਇਆ ਹੋਇਆ ਹੈ। ਚੌਪਈ ਸਾਹਿਬ ਦਾ ਗੁਟਕਾ ਏ, ਨਮਸਕਾਰ ਹੈ। ਪੱਤਰੇ ਤੇ ਬਹੁਤ ਮੁਲਾਇਮ ਨੇ, ਪਰ ਬਿਰਧ ਹੋ ਗਏ ਨੇ। ਹੋਰ ਖੋਲ ਕੇ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਢਾਲ। ਕਰੋ ਦਰਸ਼ਨ। ਸਤਿਗੁਰਾਂ ਦੇ ਦਰਸ਼ਨ ਤੇ ਨਹੀਂ ਕੀਤੇ, ਪਰ ਉਹਨਾਂ ਦੀਆਂ ਸਰੀਰਕ ਛੋਹ ਨਿਸ਼ਾਨੀਆਂ ਤੁਸੀਂ ਦੇਖ ਰਹੇ ਹੋ। ਇਸ ਢਾਲ ਨੂੰ ਸਤਿਗੁਰੂ ਜੀ ਛਾਤੀ ਨਾਲ ਬੰਨ੍ਹ ਕੇ ਉੱਪਰ ਦੀ ਚੋਲਾ ਪਾਉਂਦੇ ਸਨ। ਜਦੋਂ ਚਮਕੌਰ ਦੀ ਗੜੀ ਵਿੱਚ ਜੰਗ ਹੋਈ, ਮੇਰੇ ਦਾਦਾ ਜੀ ਕੋਲ ਇਹ ਢਾਲ ਸੀ। ਇਹਦੇ ਉੱਪਰ ਨਿਸ਼ਾਨ ਨੇ ਤੀਰਾਂ ਦੇ, ਤਲਵਾਰਾਂ ਦੇ। ਤੁਸੀਂ ਤੱਕੋ, ਨਿਸ਼ਾਨ ਬੜੇ ਹੋਏ ਨੇ। ਇਸ ਢਾਲ ਨੇ ਬਹੁਤ ਵਾਰ ਰੋਕੇ ਨੇ। ਇਹ ਤੁਹਾਨੂੰ ਇੱਕ ਮੈਂ ਹੋਰ ਨਿਸ਼ਾਨੀ ਦਿਖਾਵਾਂ। ਇਹ ਢਾਲ ਦਾ ਸਕੈਨ ਕੀਤਾ ਹੋਇਆ ਹੈ। ਇਹ ਜਿੱਥੇ ਤੁਸੀਂ ਲਾਲ ਨਿਸ਼ਾਨ ਤੱਕ ਰਹੇ ਹੋ ਨਾ, ਇਹ ਤੀਰਾਂ ਤਲਵਾਰਾਂ ਦੇ ਬਾਰ ਰੋਕੇ ਹੋਏ ਨੇ ਗੁਰੂ ਗੋਬਿੰਦ ਸਿੰਘ ਜੀ ਨੇ। ਇਹ ਜਿੱਥੇ ਲਾਲ ਨਿਸ਼ਾਨ ਤੁਸੀਂ ਦੇਖ ਰਹੇ ਹੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਜੀ ਦੀ ਪਾਵਨ ਢਾਲ। ਇਹ ਜੋ ਤੁਸੀਂ ਦਰਸ਼ਨ ਕਰ ਰਹੇ ਹੋ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋੜੇ ਦੀ ਚਰਨ ਧੂੜੀ। ਧੰਨ ਕਲਗੀਧਰ ਪਾਤਸ਼ਾਹ ਜੀ
ਨਮਸਕਾਰ ਤੁਹਾਡੇ ਚਰਨਾਂ ਤੇ। ਚਰਨ ਧੂੜੀ ਤੇ ਨਾਲ ਚਮੜੇ ਦਾ ਟੁਕੜਾ ਹੈ। ਕੈਸਾ ਪਿਆਰ ਹੋਵੇਗਾ ਪ੍ਰਾਤਨ ਗੁਰਸਿੱਖਾਂ ਦਾ। ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਬਹੁਤ ਤੇਜ਼ੀ ਨਾਲ ਘੋੜੇ ਤੋਂ ਉਤਰੇ ਤੇ ਰਕਾਬ ਬਹੁਤ ਤਿੱਖੀ ਸੀ। ਜੋੜੇ ਦੇ ਥੱਲਿਓਂ ਕੁਝ ਚਮੜਾ ਉਤਰ ਗਿਆ ਤੇ ਧਰਮ ਸਿੰਘ ਝੱਟ ਦੇਣੀ ਅੱਗੇ ਹੋ ਕੇ ਉਹ ਚਮੜਾ ਚੁੱਕ ਲੈਂਦਾ ਏ ਤੇ ਨਾਲ ਹੀ ਸਤਿਗੁਰਾਂ ਦੇ ਜੋੜੇ ਦੀ ਚਰਨ ਧੂੜ ਚੁੱਕ ਕੇ ਝੋਲੀ ਵਿੱਚ ਪਾ ਲੈਂਦਾ ਏ। ਪਾਤਸ਼ਾਹ ਪੁੱਛਦੇ ਨੇ, ਕੀ ਚੁੱਕ ਰਿਹਾ ਏ? ਪਾਤਸ਼ਾਹ ਜੀ, ਤੁਹਾਡੇ ਚਰਨਾਂ ਦੀ ਧੂੜੀ ਏ। ਭਾਈ ਰੂਪ ਚੰਦ ਜੀ ਦੇ ਸਪੁੱਤਰ, ਉਹਨਾਂ ਨੇ ਇਹ ਚਰਨ ਧੂੜੀ ਚੁੱਕ ਲਈ ਤੇ ਅੱਜ ਉਹਨਾਂ ਦੀ ਅੰਸ ਬੰਸ ਨੇ ਸੰਭਾਲ ਕੇ ਰੱਖੀ ਹੋਈ ਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋੜੇ ਦੀ ਚਰਨ ਧੂੜੀ ਤੇ ਕੁਝ ਜੋੜੇ ਦਾ ਚਮੜੇ ਦਾ ਟੁਕੜਾ ਹੈ। ਕਰੋ ਤੁਸੀਂ ਸ਼ਰਧਾ ਤੇ ਪਿਆਰ ਨਾਲ ਦਰਸ਼ਨ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਦੂਰ। ਐ ਤੁਸੀਂ ਦਰਸ਼ਨ ਕਰੋ, ਦੋ ਕੜਛੇ ਨੇ, ਇੱਕ ਪਿੱਤਲ ਦਾ, ਦੂਸਰਾ ਤਾਂਬੇ ਦਾ ਹੈ। ਇਹ ਦਰਸ਼ਨ ਕਰਨ ਯੋਗ ਤਾਂ ਨੇ ਕਿ ਕਲਗੀਧਰ ਪਾਤਸ਼ਾਹ ਦੇ ਵਿਆਹ ਸਮੇਂ ਇਹ ਕੜਛੇ ਲੰਗਰ ਵਿੱਚ ਵਰਤੇ ਗਏ ਸੀ, ਕਿਉਂਕਿ ਲੰਗਰਾਂ ਦੀ ਸੇਵਾ ਭਾਈ ਰੂਪ ਚੰਦ ਜੀ ਉਹਨਾਂ ਦਾ ਬਾਗ ਪਰਿਵਾਰ ਨਿਭਾ ਰਿਹਾ ਸੀ ਤੇ ਭਾਈ ਰੂਪ ਚੰਦ ਜੀ ਇਹਨਾਂ ਕੜਛਿਆਂ ਨੂੰ ਬਹੁਤ ਅਦਬ ਦੇ ਨਾਲ ਧੂਫ ਬੱਤੀ ਦੇ ਕੇ ਰੱਖਦੇ ਸਨ। ਜਦੋਂ ਗੁਰੂ ਪਰਿਵਾਰਾਂ ਵਿੱਚ ਕੋਈ ਵਿਸ਼ੇਸ਼ ਸਮਾਗਮ ਹੁੰਦੇ ਸਨ, ਇਹਨਾਂ ਕੜਛਿਆਂ ਨਾਲ ਸੇਵਾ ਕਰਦੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿਆਹ ਸਮੇਂ ਇਹ ਦੋਨੋਂ ਕੜਛੇ ਵਰਤੇ ਗਏ ਸਨ। ਬਹੁਤ ਭਾਗਾਂ ਵਾਲੇ ਹੋ, ਇਹ ਤੁਸੀਂ ਦਰਸ਼ਨ ਕਰ ਰਹੇ ਹੋ ਮਾਤਾ ਸਾਹਿਬ ਕੌਰ ਜੀ ਦਾ ਪੀੜਾ। ਇਸ ਪੀੜੇ ਤੇ ਮਾਤਾ ਸਾਹਿਬ ਕੌਰ ਜੀ ਬਰਾਜਿਆ ਕਰਦੇ ਸਨ। ਇਹ ਭਾਈ ਗਿਆਨ ਚੰਦ ਜੀ ਦੇ ਪਰਿਵਾਰ ਨੂੰ ਮਾਤਾ ਜੀ ਨੇ ਬਖਸ਼ਿਸ਼ ਕੀਤਾ ਸੀ। ਇਹ ਚੰਦਨ ਦੀ ਲੱਕੜੀ ਦਾ ਹੈ। ਤੇ ਉੱਪਰ ਪਿੱਤਲ ਦੇ ਕੜੇ ਪਾਏ ਹੋਏ ਨੇ। ਸਾਲ ਦੀਆਂ ਬਾਹੀਆਂ ਨੇ। ਸੂਤ ਬਹੁਤ ਪੁਰਾਣਾ ਹੋਣ ਕਰਕੇ ਟੁੱਟ ਗਿਆ ਏ, ਪਰ ਪਰਿਵਾਰ ਨੇ ਸੰਭਾਲ ਕੇ ਰੱਖਿਆ ਹੋਇਆ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸਾਹਿਬ ਕੌਰ ਜੀ, ਉਹਨਾਂ ਦਾ ਪੀੜਾ ਸਾਹਿਬ। ਇਹ ਹੁਕਮਨਾਮਾ ਤਖਤ ਸ੍ਰੀ ਅਨੰਦਪੁਰ ਸਾਹਿਬ ਤੋਂ ਲਿਖਿਆ ਗਿਆ। ਸੰਖੇਪ ਜਿਹੀ ਵਾਰਤਾ ਸੁਣਾ ਦੇਵਾਂ। ਇੱਕ ਉੱਪਰ ਲਿਖਿਆ ਹੋਇਆ ਏ, ਮੇਰ ਚੰਦਾ ਤੁਸੀਂ ਛੇਤੀ ਆਵਣਾ, ਰਹਿਣਾ ਨਹੀਂ। ਤੇਰੇ ਉੱਪਰ ਮੇਰੀ ਬਹੁਤ ਖੁਸ਼ੀ ਹੈ, ਘੋੜੇ ਘੋੜੀਆਂ ਬੰਦੂਕਾਂ ਲੈ ਕਰ ਆਵੀਂ। ਦੂਸਰਾ ਤੁਸੀਂ ਤੱਕ ਰਹੇ ਹੋ, ਐ ਰਸੀਦ ਏ, ਇੰਨਾ ਸਮਾਨ ਤੁਹਾਡਾ ਸਾਡੇ ਕੋਲ ਪਹੁੰਚ ਗਿਆ ਏ। ਭਾਈ ਰੂਪ ਚੰਦ ਜੀ ਦੇ ਪਰਿਵਾਰ ਵੱਲ ਭੇਜਿਆ ਗਿਆ ਇਹ ਹੁਕਮਨਾਮਾ ਤੇ ਇੱਕ ਰਸੀਦ, ਤੁਸੀਂ ਕਰੋ ਦਰਸ਼ਨ। ਇਹ ਹੁਕਮਨਾਮੇ ਦੇ ਆਪ ਜੀ ਦਰਸ਼ਨ ਕਰ ਰਹੇ ਹੋ। ਜਦੋਂ ਪਟਨਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਵਤਾਰ ਧਾਰਿਆ, ਮਾਤਾ ਗੁਜਰ ਕੌਰ ਜੀ ਨੇ ਭਾਈ ਰੂਪ ਚੰਦ ਜੀ ਦੇ ਪਰਿਵਾਰ ਵੱਲ ਨੂੰ ਲਿਖਿਆ। ਇਹ ਭਾਈ ਗਿਆਨ ਚੰਦ ਜੀ ਦੇ ਨਾਮ ਤੇ ਲਿਖਿਆ ਹੋਇਆ ਹੈ। ਇਹਦੀ ਸੰਖੇਪ ਜਿਹੀ ਵਾਰਤਾ ਤੁਹਾਨੂੰ ਸੁਣਾ ਦੇਵਾਂ। ਦਰਿਆ ਬਹੁਤ ਚੜਿਆ ਹੋਇਆ ਏ, ਇਸ ਕਰਕੇ ਆਦਮੀ ਕੋਈ ਨਹੀਂ ਭੇਜਿਆ। ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਪ੍ਰਸ਼ਾਦ ਕਰਵਾਉਣਾ ਹੈ, ਲੰਗਰ ਵਰਤਾਣਾ ਹੈ। ਇਹ ਆਪ ਜੀਆਂ ਨੂੰ ਗੁਰੂ ਸਾਹਿਬ ਜੀ ਦਾ ਹੁਕਮ ਹੈ। ਥੱਲੇ ਕਿਸੇ ਸੇਵਕ ਨੇ ਵਾਰਤਾ ਲਿਖੀ ਏ, ਆ ਤੁਸੀਂ ਦੇਖੋ ਉੱਪਰ ਬਰੀਕ ਅੱਖਰਾਂ ਵਿੱਚ ਮਾਤਾ ਗੁਜਰ ਕੌਰ ਜੀ ਨੇ ਲਿਖਿਆ ਹੋਇਆ ਹੈ। ਇਹ ਹੁਕਮਨਾਮਾ ਤਖਤ ਦਮਦਮਾ ਸਾਹਿਬ ਤੋਂ ਬਰਾੜਾਂ ਦੀ ਸੰਗਤ ਤੇ ਭਾਈ ਰੂਪ ਚੰਦ ਜੀ ਦੇ ਪਰਿਵਾਰ ਵੱਲ ਭਾਈ ਰੂਪ ਚੰਦ ਜੀ ਦੇ ਪੁੱਤਰ ਧਰਮ ਸਿੰਘ ਤੇ ਪਰਮ ਸਿੰਘ ਜੀ ਦੇ ਨਾਮ ਤੇ ਲਿਖਿਆ ਗਿਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਤਖਤ ਦਮਦਮਾ ਸਾਹਿਬ ਤੋਂ ਟੁਰਨ ਲੱਗੇ ਸਨ ਤੇ ਲਿਖ ਭੇਜਿਆ, ਅਸੀਂ ਇੱਥੋਂ ਕੂਚ ਕਰਨ ਲੱਗੇ ਹਾਂ। ਬਲਦਾਂ ਦੀ ਲੋੜ ਹੈ, ਬਲਦ ਭੇਜਣਾ। ਜਿਸ ਸੰਗਤਾਂ ਨੇ ਨਾਲ ਜਾਣਾ ਹੋਵੇ ਤਿਆਰ ਹੋ ਕੇ ਆ ਜਾਣ। ਰੂਪੇ ਕੀ ਨਗਰੀ ਸੁਖ ਵਸੇ। ਇੱਕ ਹੋਰ ਪ੍ਰਾਤਨ ਪੋਥੀ ਸਾਹਿਬ ਦੇ ਤੁਸੀਂ ਦਰਸ਼ਨ ਕਰੋ। ਇਹਦੇ ਵਿੱਚ ਨਿਤਨੇਮ ਦੀਆਂ ਬਾਣੀਆਂ, ਹੋਰ ਵੀ ਬਹੁਤ ਸਾਰੀ ਬਾਣੀ ਹੈ। ਭਾਈ ਪਰਮ ਸਿੰਘ, ਭਾਈ ਧਰਮ ਸਿੰਘ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਇਸ ਪੋਥੀ ਤੋਂ ਬਾਣੀ ਪੜ੍ਹਿਆ ਕਰਦੇ ਸਨ। ਇਹ ਵੀ ਹੱਥਾਂ ਨਾਲ ਲਿਖੀ ਹੋਈ ਪ੍ਰਾਤਨ ਪੋਥੀ ਹੈ। ਨਮਸਕਾਰ ਹੈ। ਭਾਈ ਰੂਪ ਚੰਦ ਜੀ ਦੇ ਪਰਿਵਾਰ ਕੋਲ ਹੋਰ ਵੀ ਬਹੁਤ ਸਾਰੀਆਂ ਪ੍ਰਾਤਨ ਪੋਥੀਆਂ ਤੇ ਪ੍ਰਾਤਨ ਹੱਥ ਲਿਖਤ ਗ੍ਰੰਥ ਨੇ। ਤੁਸੀਂ ਉਹਨਾਂ ਦੇ ਦਰਸ਼ਨ ਕਰੋ।
ਬਈ ਨਮਸਕਾਰ ਹੈ ਭਾਈ ਬੂਟਾ ਸਿੰਘ ਹੋਰਾਂ ਨੂੰ ਵੀ, ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਦੀ ਅਸੀਸ ਲੈ ਕੇ ਇਹ ਪ੍ਰਾਤਨ ਚੀਜ਼ਾਂ ਦੀ, ਪ੍ਰਾਤਨ ਗ੍ਰੰਥਾਂ ਦੀ, ਮਹਾਰਾਜ ਜੀ ਦੀਆਂ ਨਿਸ਼ਾਨੀਆਂ ਦੀ ਸੰਭਾਲ ਰੱਖੀ ਹੋਈ ਏ। ਪ੍ਰਾਤਨ ਪੋਥੀਆਂ ਤੇ ਪ੍ਰਾਤਨ ਗ੍ਰੰਥ ਤੁਸੀਂ ਦਰਸ਼ਨ ਕਰ ਰਹੇ ਹੋ। ਭਾਈ ਰੂਪ ਚੰਦ ਦੀ ਅੰਸ ਵੰਸ ਕੋਲ, ਭਾਈ ਬੂਟਾ ਸਿੰਘ ਹੋਰਾਂ ਕੋਲ ਕੁਝ ਹੁਕਮਨਾਮੇ ਵੀ ਨੇ। ਇੱਕ ਐਸਾ ਹੁਕਮਨਾਮਾ ਜਿਹਦੀ ਵਾਰਤਾ ਪੜ੍ਹ ਕੇ ਮਨ 'ਚ ਬੈਰਾਗ ਆ ਜਾਂਦਾ ਹੈ। ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਪਾ ਕੇ ਪੰਜਾਬ ਵੱਲ ਆ ਗਿਆ ਹੈ। ਇਸ ਹੁਕਮਨਾਮੇ ਦੀ ਵਾਰਤਾ ਸੰਖੇਪ ਤੁਹਾਨੂੰ ਸੁਣਾ ਦੇਵਾਂ। ਭਾਈ ਰੂਪ ਚੰਦ ਜੀ ਦੇ ਪਰਿਵਾਰ ਵੱਲ ਇਹ ਲਿਖਿਆ ਹੋਇਆ ਹੈ ਕਿ ਜਿਸ ਪਾਪੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਦਿਲ ਦੁਖਾਇਆ ਹੈ, ਮੇਰੇ ਦਾਤਾ ਜੀ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਖਿਲਾਰਿਆ ਏ, ਉਹਨੂੰ ਜਿਉਂਦਾ ਨਹੀਂ ਛੱਡਣਾ। ਧਰਮ ਸਿੰਘ ਜੀ, ਇਹ ਹੁਕਮਨਾਮਾ ਪੜ੍ਹਦਿਆਂ ਸਾਰ ਸ਼ਸਤਰ ਤੇ ਵਸਤਰ ਪਹਿਨ ਕੇ ਤੁਸੀਂ ਮੇਰੇ ਕੋਲ ਆ ਜਾਓ, ਕਰੋ ਦਰਸ਼ਨ। ਰੂਪ ਚੰਦ ਜੀ ਦੇ ਪਰਿਵਾਰ ਵੱਲ ਨੂੰ ਲਿਖਿਆ ਹੋਇਆ ਇਹ ਹੁਕਮਨਾਮਾ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਮੋਹਰ ਲੱਗੀ ਹੋਈ ਏ। ਤੇ ਫਿਰ ਭਾਈ ਧਰਮ ਸਿੰਘ 2200 ਸਿੰਘਾਂ ਨੂੰ ਨਾਲ ਲੈ ਕੇ ਮੈਦਾਨੇ ਜੰਗ ਵਿੱਚ ਜਾ ਜੂਝਿਆ ਹੈ। ਆ ਇੱਕ ਕਿਰਪਾਨ ਦੇ ਦਰਸ਼ਨ ਕਰੋ। ਇਹ ਉਹੀ ਕਿਰਪਾਨ ਹੈ ਜਦੋਂ ਰੂਪ ਚੰਦ ਦੀ ਅੰਸ ਵੰਸ ਭਾਈ ਧਰਮ ਸਿੰਘ 2200 ਸਿੰਘਾਂ ਨੂੰ ਨਾਲ ਲੈ ਕੇ ਚੱਪੜ ਚਿੜੀ ਦੇ ਮੈਦਾਨ ਵਿੱਚ ਜਾ ਜੂਝਿਆ। ਇਸ ਕਿਰਪਾਨ ਦੇ ਨਾਲ ਦੁਸ਼ਮਣਾਂ ਦੇ ਸਿਰ ਉਹਨੇ ਲਾ ਦਿੱਤੇ। ਇਹ ਕਿਰਪਾਨ ਉਸ ਦੇ ਕੋਲ ਸੀ। ਬਹੁਤ ਬਿਰਧ ਹੋ ਗਈ ਏ, ਕਈ 100 ਸਾਲ ਪੁਰਾਣੀ ਏ। ਇਹ ਦੇਖੋ, ਇਸ ਦਾ ਕਵਰ ਵੀ ਫਟਿਆ ਹੋਇਆ ਹੈ, ਫਿਰ ਵੀ ਸੰਭਾਲ ਬਹੁਤ ਕਰਦੇ ਨੇ। ਇਸ ਦੇ ਮੁੱਠੇ ਉੱਪਰ ਚਾਂਦੀ ਦੀ ਕਲਾਕ੍ਰਿਤੀ ਕੀਤੀ ਹੋਈ ਹੈ, ਬਹੁਤ ਪ੍ਰਾਤਨ ਹੈ। ਉੱਪਰ ਜੰਗ ਵੀ ਲੱਗ ਗਈ ਹੈ। ਇਹ ਇੱਕ ਹੋਰ ਕਿਰਪਾਨ ਹੈ। ਇਹ ਵੀ ਉਸੇ ਮੈਦਾਨੇ ਜੰਗ ਵਿੱਚ ਜੂਝਦਿਆਂ
ਸਿੱਖਾਂ ਦੇ ਕੋਲ ਸੀ। ਕਰੋ ਦਰਸ਼ਨ। ਇਹ ਉਹ ਕਿਰਪਾਨਾਂ ਨੇ ਜਦੋਂ ਚੱਪੜਚਿੜੀ ਦੇ ਮੈਦਾਨ ਵਿੱਚ ਜੰਗ ਹੋਇਆ ਸੀ ਤੇ ਸਿੱਖਾਂ ਦੇ ਦਿਲ ਵਿੱਚ ਇੱਕ ਰੋਹ ਸੀ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਖਿਲਾਰਿਆ ਏ, ਉਹਨਾਂ ਨੂੰ ਜਿਉਂਦਿਆਂ ਨਹੀਂ ਛੱਡਣਾ। ਇਹ ਕਿਰਪਾਨਾਂ ਉਦੋਂ ਚੱਲੀਆਂ ਸਨ